ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸੇ ਮਹਾਪੁਰਖ ਨੇ ਇਸ ਵਿਸ਼ੇ ਤੇ ਇਸ ਤਰ੍ਹਾਂ ਚਾਨਣਾ ਪਾਇਆ ਹੈ। ਸੰਸਾਰ ਸੜ ਰਿਹਾ ਹੈ, ਅੱਗ ਦੇ ਸ਼ੋਲੇ ਉੱਠ ਰਹੇ ਹਨ। ਜਿਨ੍ਹਾਂ ਨੂੰ ਸਾਈਂ ਵੱਲੋਂ ਸੁਖ ਬਖਸ਼ਿਆ ਹੈ ਉਹ ਈਰਖਾ, ਦੁਐਤ, ਗਿਣਤੀ, ਹਿਸਾਬ, ਸ਼ੰਕੇ ਆਦਿ ਅੰਦਰ ਦੇ ਭਾਂਬੜਾਂ ਨਾਲ ਜਲ ਰਹੇ ਹਨ। ਹਾਂਜੀ, ਜਿਹੜੇ ਪੈਸੇ ਵੱਲੋਂ ਸੁਖੀ ਹਨ, ਜਿਨ੍ਹਾਂ ਕੋਲ ਧਨ ਦੌਲਤ ਬਹੁਤ ਹੈ, ਜਿਨ੍ਹਾਂ ਨੂੰ ਸਾਈਂ ਵੱਲੋਂ ਸੁਖ ਬਖਸ਼ਿਆ ਹੈ ਉਹ ਈਰਖਾ, ਦੁਐਤ, ਗਿਣਤੀ, ਹਿਸਾਬ, ਸ਼ੰਕੇ ਆਦਿ ਅੰਦਰ ਦੇ ਭਾਂਬੜਾਂ ਨਾਲ ਜਲ ਰਹੇ ਹਨ। ਬੇਯਕੀਨੀ, ਬੇਸਿਦਕੀ ਦੀ ਪਾਮਰਤਾ ਰੂਹ ਨੂੰ ਚਿਪਟੀ ਹੋਈ ਹੈ। ਜੜਾਂ ਜ਼ਮੀਨ ਵਿੱਚੋਂ ਉਖੜ ਕੇ ਬਾਹਰ ਆ ਕੇ ਸੁੱਕ ਗਈਆਂ ਹਨ ਤੇ ਬਾਲਣ ਬਣ ਚੁੱਕੇ ਹਨ। ਰੇਸ਼ਮ ਤਨ ਤੇ ਖੜਕਦੇ ਹਨ, ਪਰ ਇਹ ਖੜਾਕ ਸੁੱਕੇ ਪੱਤਰਾਂ ਦਾ ਹੈ। ਤੇ ਜਿਹੜੇ ਅਨ ਬਸਤਰ ਦੇ ਦੁੱਖਾਂ ਵਿੱਚ ਅਨ ਗਰੀਬ ਹਨ, ਉਹਨਾਂ ਨੂੰ ਭੁੱਖ, ਤ੍ਰੇ, ਨੰਗਾਪਨ, ਦਲਿਦਰਤਾ, ਰੋਗ, ਕਸ਼ਟ ਆਦਿ ਸਤਾ ਰਹੇ ਹਨ। ਗਰੀਬੀ ਦੀਆਂ ਮਾਰਾਂ ਨੇ ਲੱਕ ਤੋੜ ਸੁੱਟੇ ਹਨ, ਮਨ ਟੁੱਟੇ ਪਏ ਹਨ। ਸੰਸਾਰ ਤੱਤਾ, ਜਿਸਮ ਤੱਤਾ, ਜੀਵਨ ਖੇਤਰ ਤੱਤਾ, ਬਾਰਮੁਖੀ ਮਨਮੁਖੀ ਬਿਰਤੀਆਂ ਤਤੀਆਂ, ਕਾਮ ਤਤੀ ਅਗ, ਕ੍ਰੋਧ ਤਤੀ ਅਗ, ਲੋਭ ਤਤੀ ਅਗ, ਮੋਹ ਤਤੀ ਅਗ, ਤ੍ਰਿਸ਼ਨਾ ਤਤੀ ਅਗ, ਭੁੱਖ ਤਤੀ ਅਗ, ਅਮੀਰੀ ਨਿਰਾ ਪਾਂਬੜ। ਅਮੀਰੀ ਨਿਰਾ ਪਾਂਬੜ, ਗਰੀਬੀ ਤਤੀ, ਮਨ ਤੱਤਾ, ਚਿੱਤ ਤੱਤਾ, ਮਨਮੁਖ ਟੁੱਟਿਆਂ ਸੁੱਕਿਆਂ ਦਾ ਪਿਆਰ ਤੱਤਾ। ਹਾਏ, ਹਰ ਪਾਸੇ ਅੱਗ ਹੀ ਅੱਗ, ਅੰਦਰ ਵੀ ਅੱਗ, ਬਾਹਰ ਵੀ ਅੱਗ, ਦੀਨ ਵੀ ਅੱਗ, ਦੁਨੀਆ ਵੀ ਅੱਗ। ਇਸ ਵਿੱਚ ਬੈਠਾ ਰੱਬ ਦਾ ਧਿਆਨ ਧਰੀ ਪ੍ਰਹਿਲਾਦ। ਮਨ ਠੰਡਾ, ਚਿੱਤ ਠੰਡਾ, ਜੀਭ ਠੰਡੀ, ਦਿਲ ਠੰਡਾ, ਤ੍ਰਿਸ਼ਨਾ ਰਹਿਤ ਦਿਲ ਹਰਾ ਪਰਾ। ਜੜਾਂ ਰੱਬ ਵਿੱਚ ਗੱਡੀਆਂ, ਸਹਿਜ ਸੁਭਾਅ ਗੱਡੀਆਂ, ਬੇਮਲੂਮ ਗੱਡੀਆਂ। ਸੁਰਤ ਇੱਕ ਥਾਂ ਇਕੱਠੀ ਹੋਈ, ਲੂਹਾਂ ਵਿੱਚੋਂ ਅੰਮ੍ਰਿਤ ਵਗ ਰਿਹਾ ਹੈ। ਅੱਗ ਵੀ ਪ੍ਰਣਾਮ ਕਰ ਰਹੀ ਹੈ, ਕਿਉਂਕਿ ਰੱਬ ਦਾ ਭਗਤ ਬੈਠਾ ਹੈ। ਬਸ ਕੇਵਲ ਰੱਬ ਦਾ ਪਿਆਰ ਠੰਡਾ ਹੈ। ਰੱਬ ਦਾ ਪਿਆਰ ਖੁਨਕ ਹੈ। ਖੁਨਕ ਨਾਮ ਖੁਦਾਇਆ, ਉਸ ਨਾਲ ਲੱਗ ਕੇ ਆਦਮੀ ਦਾ ਬੱਚਾ ਠੰਡ ਪਾਉਂਦਾ ਹੈ। ਰੱਬੀ ਪਿਆਰ ਇਸ ਨਾਲ ਲੱਗ ਕੇ ਆਦਮੀ ਦਾ ਬੱਚਾ ਠੰਡ ਪਾਉਂਦਾ ਹੈ, ਸੱਚਾ ਸੁਖ ਪਾਉਂਦਾ ਹੈ। ਰੂਹ ਠੰਡਾ ਹੁੰਦਾ ਹੈ, ਚਿੱਤ ਭਟਕਣ ਥੀ ਛੁੱਟ ਠੰਡਾ ਹੁੰਦਾ ਹੈ। ਰੱਬ ਦੀ ਮਿਹਰ ਬਚਾਉਂਦੀ ਹੈ। ਤਾਤੀ ਵਾਵ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ। ਮਖਲੂਕ ਇਸ ਠੰਡ ਨੂੰ ਟੋਲ ਰਹੀ ਹੈ, ਕੁਦਰਤ ਟੋਲ ਰਹੀ ਹੈ, ਤਦੀ ਤਾਂ ਮਨੁੱਖ ਦਾ ਜਾਮਾ ਕੱਢ ਰਹੀ ਹੈ। ਮਾਂ ਜਦ ਵਿਛੜੇ ਬੱਚੇ ਨੂੰ ਮਿਲਦੀ ਹੈ ਜਾਂ ਗਲਵਕੜੀ ਪਾਉਂਦੀ ਹੈ ਤਾਂ ਛਿਨ ਦੇ ਛਿਨ ਲਈ ਇਸ ਅੰਮ੍ਰਿਤ ਠੰਡ ਦਾ ਝਲਕਾ ਵੱਜਦਾ ਹੈ। ਜਦ ਆਦਮੀ ਦੀ ਇੱਛਾ, ਤੀਬਰ ਇੱਛਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਸ ਆਈ ਫਲਦੀ ਹੈ, ਤਦ ਫਲੀਭੂਤ ਹੋਣ ਤੇ ਉਸ ਛਿਨ ਲਈ ਇਸੀ ਠੰਡ ਦਾ ਝਲਕਾ ਵੱਜਦਾ ਹੈ। ਭੁੱਖੇ ਨੂੰ ਜਦ ਰੋਟੀ ਦਾ ਟੁਕੜਾ ਮਿਲਦਾ ਹੈ ਤਾਂ ਨੈਣਾਂ ਵਿੱਚ ਇੱਕ ਸੁੱਖ ਆਉਂਦਾ ਹੈ, ਉਹ ਇਸੀ ਸੁੱਖ ਦਾ ਪ੍ਰਤੀਬਿੰਬ ਹੈ। ਤ੍ਰਿਖਾਵੰਤ ਪਿਆਸੇ ਨੂੰ ਜਲ ਮਿਲੇ ਤਦ ਇਸੀ ਹਾਲਤ ਦਾ ਬਿਜਲਈ ਲਿਸ਼ਕਾਰਾ ਆਉਂਦਾ ਹੈ। ਸੋ ਦੀਨ ਔਰ ਦੁਨੀਆ ਇਸ ਆਤਮ ਠੰਡ ਨੂੰ ਟੋਲਦੇ ਹਨ। ਇਸ ਸ੍ਰਿਸ਼ਟੀ ਵਿੱਚ ਜਿਤਨੀ ਭੱਜ ਦੌੜ ਹੋ ਰਹੀ ਹੈ, ਭਾਵੇਂ ਬੇਸਮਝੀ ਵਿੱਚ, ਉਹ ਜਿਸ ਠੰਡ ਦੀ ਤਲਾਸ਼ ਵਿੱਚ ਹੈ ਉਹ ਆਤਮਾ ਦੀ ਠੰਡ ਹੈ। ਸੋ ਦੀਨ ਔਰ ਦੁਨੀਆ ਇਸ ਆਤਮ ਠੰਡ ਨੂੰ ਟੋਲਦੇ ਹਨ। ਇਹ ਨਾਮ ਖੁਨਕੀ ਦੀ ਅਮਰ ਅਮਿਟ ਅਟਲ ਲਾਲਸਾ ਵਿੱਚ ਹਨ। ਇਹ ਲਾਲਸਾ ਸ੍ਰਿਸ਼ਟੀ ਦੀ ਬਨਾਵਟ ਵਿੱਚ ਹੈ, ਮਿਟ ਨਹੀਂ ਸਕਦੀ। ਸੋ ਠੰਡ ਕਿਸ ਤਰ੍ਹਾਂ ਪਵੇ? ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਦ ਤੱਕ ਮਨ, ਚਿਤ, ਬੁੱਧੀ ਅੰਦਰ ਦੀ ਬਿਰਤੀ ਰੂਹ ਵਿੱਚ ਵਸਦੇ ਹੋਣ, ਇਹ ਤਾਂ ਆਦਮੀ ਦੇ ਦੁਸ਼ਮਣ ਹਨ। ਰੂਹ ਠੰਡਾ ਹੋ ਜਾਵੇ, ਸੁਰਤ ਦੀਆਂ ਨਿੱਕੀਆਂ ਨਿੱਕੀਆਂ ਵਾਲੋਂ ਬਾਰੀਕ ਕਿਰਨਾਂ ਵਾਂਗ ਪਤਲੀਆਂ ਸੂਖਮ ਜੜਾਂ ਨਿਰੰਕਾਰ ਕਰਤਾਰ ਅਕਾਲ ਪੁਰਖ ਵਿੱਚ ਕਿਵੇਂ ਨਾ ਕਿਵੇਂ ਗੰਢੀ ਜਾਣ, ਤਾਂ ਇਹ ਮਨੁੱਖਤਾ ਦੇ ਸੋਹਣੇ ਗਹਿਣੇ ਹਨ, ਬਸਤਰ ਹਨ, ਹਥਿਆਰ ਹਨ, ਚਾਕਰ ਹਨ, ਨਹੀਂ ਤਾਂ ਅੱਗ ਦੀਆਂ ਲਾਟਾਂ ਹਨ। ਆਦਮੀ ਦੇ ਅੰਦਰਲੇ ਸਾਰੇ ਰੰਗ ਦੁੱਖ ਦੀ ਅੱਗ ਇਹਨਾਂ ਪੰਜਾਂ ਨੇ ਬਾਲੀ ਹੋਈ ਹੈ। ਬਹੁਤ ਕਰਕੇ ਸੰਸਾਰ ਦੇ ਦੁੱਖ ਇਹਨਾਂ ਦਾ ਮਚਾਇਆ ਹੋਇਆ ਭੜਥੂ ਹੈ। ਇਹਨਾਂ ਦੀ ਚਾਕਰੀ ਵਿੱਚ ਤੇ ਉਹ ਸੁਖ ਹੈ ਨਹੀਂ ਜੋ ਸ਼ਾਹ ਬਹਿਲੋਲ ਜੈਸੇ ਸਿਮਰਨ ਵਾਲੇ ਸਾਧੂ ਦੇ ਹੱਥ ਦੀ ਛੋਹ ਵਿੱਚ ਹੈ। ਉਹ ਠੰਡ ਪੈਂਦੀ ਨਹੀਂ ਜਿਸ ਨੂੰ ਛਾਤੀ ਵਿੱਚ ਰੱਖ ਕੇ ਪ੍ਰਹਿਲਾਦ ਅੱਗ ਵਿੱਚ ਬਹਿ ਸਕਦਾ ਸੀ ਤੇ ਤੱਤੇ ਥੰਮ ਨੂੰ ਵੀ ਜੱਫੀ ਪਾ ਸਕਦਾ ਸੀ।
ਸੋ ਠੰਡ ਵਿੱਚ ਸਿਦਕ ਆਉਂਦਾ ਹੈ। ਅੱਗ ਵਿੱਚ ਕੀ ਸਿਦਕ, ਕੀ ਈਮਾਨ। ਸੋ ਸੰਸਾਰ ਜਲਨ ਦਾ ਇਹ ਆਪਣੀ ਬਾਲੀ ਹੋਈ ਅੱਗ ਬੁਝਾਉਣ ਨੂੰ ਦੀਨਾਂ ਤੇ ਮਜ਼ਹਬਾਂ ਵੱਲ ਦੌੜਿਆ, ਪਰ ਇਹ ਉੱਥੇ ਵੀ ਜਾ ਸੜਦੇ ਹਨ। ਮਜ਼ਹਬਾਂ ਨੂੰ ਵੀ ਇਹਨਾਂ ਨੇ ਅੱਗ ਲਾ ਦਿੱਤੀ। ਉਹ ਅੰਦਰ ਜਿਹੜੀ ਅੱਗ ਲੱਗੀ ਸੀ, ਜਿੱਥੇ ਗਿਆ ਉੱਥੇ ਹੋਰ ਵਧੀ, ਸਾੜ ਬੁਝੀ ਨਾ, ਠੰਡ ਪਈ ਨਾ। ਉਹ ਠੰਡ ਕਿੱਥੇ ਹੈ? ਭਰਮਾਂ, ਵਹਿਮਾਂ, ਮਜ਼ਹਬਾਂ ਦੇ ਫਸਾਦਾਂ, ਜੰਗਾਂ, ਧੜੇਬਾਜ਼ੀਆਂ, ਅਹੰਕਾਰ ਦੇ ਵਲਵਲਿਆਂ, ਮਨ ਸੰਤੁਸ਼ਟੀਆਂ, ਮਨ ਘੜੇ ਅਸੂਲਾਂ, ਮਨ ਪਰਚਾਵਿਆਂ ਆਦਿ ਦੇ ਜਾਲਾਂ ਵਿੱਚ ਤਾਂ ਇੰਨਾ ਜ਼ਹਿਰ ਚੜਦਾ ਹੈ ਕਿ ਭੰਗੀਆਂ ਪੋਸਤੀਆਂ ਵਾਂਗ ਲੋਕੀ ਮਜ਼ਹਬ ਦੇ ਅਸੂਲਾਂ ਤੇ ਸ਼ਰੀਅਤਾਂ ਵਿੱਚ ਪੈ ਪੈ ਕੇ ਮਰ ਜਾਂਦੇ ਹਨ। ਪਤਾ ਨਹੀਂ ਇਉਂ ਸੰਸਾਰ ਕਿਉਂ ਜਲ ਰਿਹਾ ਹੈ। ਅੱਗਾਂ ਦਿਲਾਂ, ਸ਼ਹਿਰਾਂ ਤੇ ਮੁਲਕਾਂ ਨੂੰ ਲੱਗੀਆਂ ਹੋਈਆਂ ਹਨ। ਆਪਾ ਧਾਪੀ ਪਈ ਹੋਈ ਹੈ। ਸ਼ੋਰ ਤ੍ਰਿਸ਼ਨਾ ਕੂੜ ਮਾਰ ਰਿਹਾ ਹੈ। ਇਹ ਆਪਣੇ ਹੱਥੀ ਲਾਈਆਂ ਹੋਈਆਂ ਅੱਗਾਂ ਹਨ। ਇਸ ਅੱਗ ਵਿੱਚ ਕੋਈ ਰੱਬ ਦਾ ਬੰਦਾ ਕੋਟਨ ਮੈਂ ਕੋਉ ਠੰਡਾ ਹੈ। ਉਹ ਅੱਗ ਵਿੱਚ ਬੈਠਾ ਵੀ ਠੰਡਾ ਹੈ। ਅੱਗ ਉਸ ਨੂੰ ਕੁਝ ਨਹੀਂ ਕਹਿੰਦੀ। ਉਹਦੇ ਸਿਰ ਤੇ ਲਾਲ ਸ਼ੋਲਿਆਂ ਦਾ ਤਾਜ ਬਣਾ ਕੇ ਅੱਗ ਵੀ ਉਸ ਤੋਂ ਕੁਰਬਾਨ ਹੁੰਦੀ ਹੈ। ਸੋ ਠੰਡੀ ਸੁਰਤ, ਅੰਦਰ ਆਪੇ ਵਿੱਚ ਇਕੱਠੀ ਹੋਈ ਸੁਰਤ ਇੱਕ ਨੁਕਤਾ ਹੈ ਜਿਹੜਾ ਹੱਥ ਨਹੀਂ ਆਉਂਦਾ। ਧਿਆਨ ਦੇਣਾ ਜੀ, ਠੰਡੀ ਸੁਰਤ, ਅੰਦਰ ਆਪੇ ਵਿੱਚ ਇਕੱਠੀ ਹੋਈ, ਇਕਾਗਰ ਹੋਈ ਸੁਰਤ, ਇਹ ਇੱਕ ਨੁਕਤਾ ਹੈ ਜਿਹੜਾ ਹੱਥ ਨਹੀਂ ਆਉਂਦਾ। ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ, ਪਰ ਉਹ ਨੁਕਤਾ ਹੱਥ ਨਹੀਂ ਆਉਂਦਾ। ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਇਸ ਆਪਣੇ ਅੰਦਰ ਦੇ ਕੇਂਦਰ ਦੀ ਪ੍ਰਾਪਤੀ ਲਈ ਹਥਿਆਰ ਹਨ, ਪਰ ਇਹਨਾਂ ਦੀਆਂ ਖੁਆਇਸ਼ਾਂ ਦੇ ਫੈਲਾਵ ਨੇ ਕਿੰਨੀ ਅੱਗ ਮਚਾ ਰੱਖੀ ਹੈ। ਨੌਕਰ ਮਾਲਕ ਬਣ ਬੈਠੇ ਹਨ। ਸੋ ਇਹਨਾਂ ਦੇ ਫੈਲਾਵ ਨੇ ਕਿੰਨੀ ਅੱਗ ਮਚਾ ਰੱਖੀ ਹੈ। ਇਸ ਅੱਗੀ ਸੰਸਾਰ ਵਿੱਚ ਕਰਮ ਖੇਤਰ ਦੀ ਤਪਸ਼ ਵਿੱਚ ਕਿਧਰੇ ਠੰਡ ਪ੍ਰਾਪਤ ਹੋ ਜਾਵੇ। ਤਪਿਆ ਪਿਆਰ ਮੋਹ ਹੋ ਜਾਂਦਾ ਹੈ। ਤਪੀ ਭਗਤੀ ਕਾਮ ਹੋ ਜਾਂਦੀ ਹੈ। ਤਪੀ ਸੁਰਤ ਹੀ ਅਹੰਕਾਰ ਹੈ। ਤਪੀ ਜੀਵਨ ਤੀਬਰਤਾ, ਜੀਵਨ ਜੋਸ਼, ਇਹ ਕ੍ਰੋਧ ਹੋ ਜਾਂਦਾ ਹੈ। ਇਹ ਮਜ਼ਹਬਾਂ ਦੇ ਵੈਰ ਦੁਐਤ, ਇਹ ਤਪੀ ਹੋਈ, ਮੋਈ ਹੋਈ, ਮਨੂਰ ਹੋਈ ਜਗਿਆਸਾ ਹੀ ਤਾਂ ਹੈ। ਇਉਂ ਦੀਨਦਾਰ ਦੁਨੀਆਦਾਰਾਂ ਤੋਂ ਵੱਧ ਜ਼ਹਿਰੀਲੇ ਹੋ ਜਾਂਦੇ ਹਨ। ਤਪਸ਼ ਹੀ ਇਨਸਾਨ ਨੂੰ ਬਰਬਾਦ ਕਰ ਦਿੰਦੀ ਹੈ। ਇਉਂ ਦੀਨਦਾਰ ਦੁਨੀਆਦਾਰਾਂ ਤੋਂ ਵੀ ਵੱਧ ਜ਼ਹਿਰੀਲੇ ਹੋ ਜਾਂਦੇ ਹਨ। ਤਪੀ ਤਪੱਸਿਆ ਕ੍ਰੋਧ, ਤਪਿਆ ਗ੍ਰਸਤ ਵਿਰੋਧ, ਤਪੀ ਅਕਲ ਸ਼ੈਤਾਨ, ਤਪੀ ਅਰੋਗਤਾ ਬਿਮਾਰੀ, ਤਪਿਆ ਚਿੱਤ ਇਹ ਦੁੱਖ ਤੇ ਕਲੇਸ਼। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਏ ਮਿਟਾਵੋ। ਇਉਂ ਧਰਮ ਕਰਮ ਵੀ, ਜਪ ਤਪ ਪੂਜਾ ਸੇਵਾ, ਹਾਂਜੀ ਪਿਆਰ ਆਦਿ ਸਭ ਰੋਗ ਹਨ। ਬੜਾ ਜ਼ਰੂਰੀ ਨੁਕਤਾ ਹੈ, ਕਿਉਂਕਿ ਸਭ ਕੁਝ ਤਪਸ਼ ਵਿੱਚ ਕੀਤੇ ਜਾਂਦੇ ਹਨ। ਇਉਂ ਧਰਮ ਕਰਮ ਵੀ, ਜਪ ਤਪ ਪੂਜਾ ਸੇਵਾ, ਹਾਂਜੀ ਪਿਆਰ ਆਦਿ ਸਭ ਰੋਗ ਹਨ। ਕੁਝ ਸਰੀਰਕ ਤੇ ਕੁਝ ਮਾਨਸਿਕ। ਦੀਨ ਵੀ ਮਰਜ਼ ਹੈ। ਦੁਨੀਆ ਦੇ ਕਰਮ ਜੋਗ ਸਭ ਮਰਜ਼ਾਂ ਹਨ, ਤਪਸ਼ਾਂ ਹਨ, ਹਾੜੇ ਹਨ, ਕਿਉਂਕਿ ਸੁਰਤ ਟਿਕਾ ਵਿੱਚ ਨਹੀਂ, ਦਿਲ ਥਾਏ ਨਹੀਂ। ਦੀਨ ਵਿੱਚ ਵੀ ਤ੍ਰਿਸ਼ਨਾ ਨੇ ਬੰਦੇ ਮਾਰ ਲਏ, ਦੁਨੀਆ ਵਿੱਚ ਤਾਂ ਇਸ ਹਫ ਨੇ ਅੱਗੇ ਹੀ ਮਾਰ ਰੱਖੇ ਹਨ। ਹਾਂਜੀ, ਦੀਨ ਵਿੱਚ ਵੀ ਤ੍ਰਿਸ਼ਨਾ ਨੇ ਬੰਦੇ ਮਾਰ ਲਏ, ਦੁਨੀਆ ਵਿੱਚ ਤਾਂ ਇਸ ਹਫ ਨੇ ਅੱਗੇ ਹੀ ਮਾਰ ਰੱਖੇ ਸਨ। ਹਾਏ ਠੰਡ ਕਿੱਥੇ? ਸਦੀਆਂ ਤੱਕ ਤੂੰ ਸਮਝੀ ਜਾਵੇਂਗਾ ਕਿ ਤੂੰ ਬੜੀ ਰੂਹਾਨੀ ਤਰੱਕੀ ਕਰ ਰਿਹਾ ਹੈ। ਤੇਰੇ ਜਿਹਾ ਕੋਈ ਨਹੀਂ। ਤੂੰ ਬੜਾ ਦੀਨਦਾਰ ਹੈ, ਬੜਾ ਪੁੰਨ ਆਤਮਾ ਹੈ, ਤੂੰ ਬੜਾ ਤਪ ਕਰ ਰਿਹਾ ਹੈ। ਤੂੰ ਆਪਣੇ ਆਪ ਨੂੰ ਅੰਦਰਵਾਰ ਪਾਰਗ੍ਰਾਮੀ ਸਮਝਣ ਲੱਗ ਪਿਆ ਹੋਵੇਗਾ। ਪਰ ਯਾਦ ਰੱਖ, ਸਦੀਆਂ ਪਿੱਛੋਂ ਵੀ ਗੌ ਕਰਕੇ ਜਦ ਤੱਕੇਗਾ ਤਾਂ ਤੈਨੂੰ ਪਤਾ ਲੱਗ ਜਾਏਗਾ ਕਿ ਤੂੰ ਚੱਲਦਾ ਵੀ ਉੱਥੇ ਖੜਾ ਹੈ ਜਿੱਥੋਂ ਤੂੰ ਚੱਲਿਆ ਸੀ। ਹਾਂਜੀ, ਯਾਦ ਰੱਖ, ਸਦੀਆਂ ਪਿੱਛੋਂ ਗੌ ਕਰਕੇ ਜਦ ਤੱਕੇਗਾ ਤਾਂ ਤੈਨੂੰ ਪਤਾ ਲੱਗ ਜਾਏਗਾ ਕਿ ਤੂੰ ਚੱਲਦਾ ਵੀ ਉੱਥੇ ਖੜਾ ਹੈ ਜਿੱਥੋਂ ਤੂੰ ਚੱਲਿਆ ਸੀ। ਭਾਈਆ, ਰੂਹਾਨੀ ਤਰੱਕੀ ਐਉਂ ਨਹੀਂ ਹੁੰਦੀ। ਜਦ ਕਿਸੇ ਦੀ ਨਜ਼ਰ ਤੇਰੇ ਤੇ ਪਵੇਗੀ ਤਾਂ ਜਿਹੜਾ ਕਦਮ ਚੁੱਕੇਗਾ ਉਹ ਇੱਕ ਇੱਕ ਕਦਮ ਇੱਕ ਇੱਕ ਮੰਜ਼ਿਲ ਹੋਵੇਗੀ। ਧਿਆਨ ਦੇਣਾ ਜੀ, ਜਦ ਕਿਸੇ ਦੀ ਨਜ਼ਰ ਤੇਰੇ ਤੇ ਪਵੇਗੀ ਤਦ ਜਿਹੜਾ ਕਦਮ ਚੁੱਕੇਗਾ ਉਹ ਇੱਕ ਇੱਕ ਕਦਮ ਇੱਕ ਇੱਕ ਮੰਜ਼ਿਲ ਹੋਵੇਗੀ। ਰੂਹਾਨੀ ਤਰੱਕੀ, ਇਹ ਆਤਮਿਕ ਉન્નਤੀ, ਇਹ ਤਾਂ ਕਿਸੇ ਦੀਆਂ ਨਜ਼ਰਾਂ ਦੀ ਖੇਡ ਹੈ।
रूहानी तरक्की, आत्मिक उन्नति, ਇਹ ਤਾਂ ਕਿਸੇ ਦੀਆਂ ਨਜ਼ਰਾਂ ਦੀ ਖੇਡ ਹੈ। ਭਾਈ ਗੁਰਦਾਸ ਜੀ ਇਸੇ ਅੰਦਾਜ਼ ਵਿੱਚ ਫਰਮਾਉਂਦੇ ਹਨ, ਲੱਖ ਧਿਆਨ, ਹਾਂਜੀ ਮਾੜਾ ਮੋਟਾ ਧਿਆਨ ਨਹੀਂ, ਲੱਖ ਧਿਆਨ ਸਮਾਦ ਲਾਏ, ਗੁਰਮੁਖ ਰੂਪ ਨਾ ਅਪੜ ਸਕੇ, ਲੱਖ ਗਿਆਨ ਵਖਾਣ ਕਰ, ਸ਼ਬਦ ਸੁਰਤ ਉਡਾਰੀ ਥਕੇ, बुध बल बचन विवेक लथ, टह टह पवन पिरम दर तकै, जोग भोग बैराग लख, सह न सकै गुणवास महकै, लख अचरज अचरज होए, अवगत गत अवगत विच अकै, विस्मादी विस्माद लख, अकथ कथा विच सहम सहकै, गुर सिੱਖੀ दै अक फरक है। सो जिसनू गुरु ग्रंथ साहब जी विच मैल क्या है, हम मैले तुम उजल करते, ये अंदर दी आप बाली हुई अग है, ਜਿਹੜੀ ਸੁਰਤ ਨੂੰ ਖਿੰਡਾ ਵਿੱਚ ਲੈ ਜਾਂਦੀ ਹੈ। ਠੰਡੀ ਸੁਰਤ ਸਦਾ ਇਕੱਠੀ ਆਉਂਦੀ ਹੈ। ਠੰਡਾ ਰੂਹ ਰੱਬ ਦੇ ਨਾਲ ਮਿਲਿਆ ਆਉਂਦਾ ਹੈ, ਰੱਬ ਉਹਦੇ ਵਿੱਚ ਆਉਂਦਾ ਹੈ। ਤਪੀ ਸੁਰਤ ਪਾਪ ਹੈ, ਠੰਡੀ ਸੁਰਤ ਪੁੰਨ ਹੈ। ਮੈਲ ਇਸੀ ਅੱਗ ਦਾ ਲਾਂਭਾ ਹੈ, ਜਿਹੜਾ ਲੱਗ ਜਾਂਦਾ ਹੈ ਤੇ ਰੂਹ ਸੜ ਜਾਂਦੀ ਹੈ। ਆਪਣੇ ਕਰਮ ਨਾਲ ਮੈਲੇ ਹੋ ਜਾਈਦਾ ਹੈ, ਕਦੀ ਕਿਸੇ ਹੋਰ ਦੇ ਕਰਮ ਵੀ ਮਾਰ ਦਿੰਦੇ ਹਨ। ਛੋ ਹੈ ਨਾ, ਲੱਗ ਜਾਂਦੀ ਹੈ ਚੰਗੀ ਵੀ ਤੇ ਮੰਦੀ ਵੀ। ਇਨਸਾਨ ਇੱਕ ਹੈ, ਇਸ ਕਰਕੇ ਮਖਲੂਕ ਦੇ ਕਰਮਾਂ ਦਾ ਅਸਰ ਇੱਕ ਇੱਕ ਸ਼ਖਸ ਤੇ ਪੈਂਦਾ ਹੈ ਤੇ ਇੱਕ ਇੱਕ ਸ਼ਖਸ ਦੇ ਕਰਮਾਂ ਦਾ ਅਸਰ ਮਖਲੂਕੀਅਤ ਤੇ। ਕੱਲ ਅਸੀਂ ਧਿਆਨ ਦੇ ਲੇਖ ਵਿੱਚ ਸੁਣਿਆ ਸੀ ਕਿ ਕਿਵੇਂ ਇੱਕ ਇਨਸਾਨ ਦਾ ਅਸਰ ਸਾਰੇ ਪੁਲਾੜ ਤੇ ਪੈਂਦਾ ਹੈ ਤੇ ਹੋਰਾਂ ਦਾ ਅਸਰ ਫਿਰ ਸਾਡੇ ਤੇ ਕਿਵੇਂ ਪੈਂਦਾ ਹੈ। ਸਭ ਦੁਨੀਆ ਦੇ ਕਰਮ ਇਉਂ ਮੇਰੇ ਹੀ ਕਰਮ ਹਨ, ਮੈਨੂੰ ਮੈਂ ਹੀ ਮੈਲ ਲਾਉਂਦੀ ਹੈ। ਇਸ ਵਿੱਚ ਕੋਈ ਹਰਿਆ ਬੂਟ ਰਿਓ ਰੀ, ਬਸ ਸਭ ਕੁਝ ਉਹੀ ਰੱਬ ਹੈ। ਜੇ ਸੁਰਤ ਤਪੀ ਹੈ, ਖਿੰਡੀ ਹੈ, ਮੈਲੀ ਹੈ, ਭਾਰੀ ਹੈ, ਤਾਂ ਉਹ ਜਵਾਨ ਸੇਵਾ ਕਰਨ ਵਾਲੇ ਹਨ, ਉਹ ਪੰਜ ਵੈਰੀ ਹਨ। ਉਹ ਕੁਦਰਤ ਹਰ ਕਾ ਰੂਪ ਹੈ ਤੇ ਉਹ ਕੁਦਰਤ ਖਾਣ ਨੂੰ ਆਉਂਦੀ ਹੈ। ਉਹ ਸਭ ਮਜ਼ਹਬ, ਸਭ ਦੁਨੀਆ ਉਹਦੀ ਰਜ਼ਾ ਹੈ ਤੇ ਸੋਹਣੇ ਹਨ ਤੇ ਉਹ ਰੰਗ ਹੈ ਤੇ ਮਹਾ ਰੰਗ ਹਨ, ਜਿੱਥੇ ਜੀਵਨ ਸੁਖ ਰੂਪ ਹੈ। ਪਰ ਇੱਕ ਨੁਕਤਾ ਹੈ, ਕੋਈ ਵਿਰਲਾ ਬਖਸ਼ਿਆ ਹੋਇਆ ਪਹਿਚਾਣਦਾ ਹੈ। ਇੱਕ ਨੁਕਤਾ ਹੈ, ਪਰ ਕੋਈ ਵਿਰਲਾ ਬਖਸ਼ਿਆ ਹੋਇਆ ਹੀ ਉਸ ਨੂੰ ਪਹਿਚਾਣਦਾ ਹੈ। ਜਿਸ ਨੂੰ ਇਹ ਦਾਵ ਆ ਗਿਆ, ਉਹ ਆਪਣੀ ਸੁਰਤ ਦੇ ਲਹਾਓ ਚੜਾਓ, ਤੱਤਾਪਨ, ਠੰਡਾਪਨ, ਮੈਲਾਪਨ ਤੇ ਉਜਲਤਾ, ਨਿਰਮਲਤਾ, ਸਰਲਤਾ, ਹਲਕਾਪਨ, ਭਾਰਾਪਨ ਆਦਿ ਪਹਿਚਾਣਨ ਲੱਗ ਪਿਆ। ਜਿਸ ਦੇ ਉਹ ਨੁਕਤਾ ਆ ਗਿਆ ਤਾਂ ਉਹ ਫਿਰ ਪਹਿਚਾਣਦਾ ਹੈ, ਹੁਣ ਮੇਰੀ ਸੁਰਤ ਮੈਲੀ ਹੈ, ਹੁਣ ਭਾਰੀ ਹੈ, ਹੁਣ ਠੰਡੀ ਹੈ, ਹੁਣ ਹਲਕੀ ਹੈ, ਹੁਣ ਟਿਕਾਅ ਵਿੱਚ ਹੈ। ਸਭ ਕੁਝ ਉਸਨੂੰ ਪਤਾ ਲੱਗ ਜਾਂਦਾ ਹੈ। ਆਪ ਵਿੱਚ ਜੋਖਦਾ ਹੈ, ਅੰਦਰ ਹੀ ਅੰਦਰ ਆਪ ਵਿੱਚ ਜੋਖਦਾ ਹੈ। ਢਹਿਣਾ ਉੱਠਣਾ ਤਾਂ ਹੈ ਹੀ, ਪਰ ਰੂਹਾਨੀ ਹਾਲਤ ਆਰੰਭ ਹੋ ਗਈ। ਜਦੋਂ ਇਹ ਸਭ ਕੁਝ ਪਤਾ ਚੱਲ ਗਿਆ ਸੁਰਤ ਦੀ ਖੇਲ ਦਾ, ਢਹਿਣਾ ਉੱਠਣਾ ਤਾਂ ਹੈ ਹੀ, ਪਰ ਰੂਹਾਨੀ ਹਾਲਤ ਆਰੰਭ ਹੋ ਗਈ। ਬੇਹੋਸ਼ੀ ਥੀ ਹੋਸ਼ ਹੋਸ਼ ਆਈ, ਮੌਤ ਥੀ ਮੋੜਾ ਪਿਆ, ਗਫਲਤ ਮੁਰਦਾ ਸੰਤੁਸ਼ਟੀਆਂ ਦਾ ਰੰਗ ਛੁੱਟਾ, ਜੀਵਨ ਹਿਲਿਆ ਧੜਕਿਆ, ਪਿਆਰ ਦੀਆਂ ਪੀੜਾਂ ਛਿੜੀਆਂ, ਪੀੜ ਦੁੱਖ ਪ੍ਰਤੀਤ ਹੋਣ ਲੱਗ ਪਏ, ਦਰਦ ਉੱਠਣ ਲੱਗ ਪਈ, ਹਾਏ ਹਾਏ ਹੋਣ ਲੱਗ ਪਈ, ਜੀ ਪਿਆ, ਜ਼ਹਿਰ ਝੜਨ ਲੱਗ ਪਿਆ, ਭਾਵ ਜ਼ਹਿਰ ਉਤਰਨ ਲੱਗ ਪਿਆ, ਜ਼ਹਿਰ ਝੜਨ ਲੱਗ ਪਿਆ। ਪਰ ਇਹ ਬੜੀ ਉੱਚੀ ਦੀ ਹਾਲਤ ਦੀ ਖੇਡ ਹੈ। ਕੋਈ ਵਿਰਲਾ ਹੈ ਜਿਸ ਨੂੰ ਇਸ ਨੁਕਤੇ ਦਾ ਪਤਾ ਲੱਗਦਾ ਹੈ। ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਜੋਤ ਸਮਾਵੈ, ਸ਼ਬਦ ਸੁਰਤ ਲਿਵ ਮਿਰਗ ਜਿਉਂ ਅਨਹਦ ਲਿਵ ਲਾਵੈ, ਸਾਧ ਸੰਗਤ ਵਿੱਚ ਮੀਨ ਹੋਏ ਗੁਰਮਤ ਸੁਖ ਪਾਵੈ, ਚਰਨ ਕਮਲ ਵਿੱਚ ਭਵਰ ਹੋਏ ਸੁਖ ਰਹਿਣ ਵਿਹਾਵੈ, ਗੁਰ ਉਪਦੇਸ਼ ਨਾ ਵਿਸਰੈ ਬਾਬੀ ਹਾ ਧਿਆਵੈ, ਪੀਰ ਮੁਰੀਦਾ ਪਿਰਹੜੀ ਦੁਬਦਾ ਨਾ ਸੁਖਾਵੈ। ਸੋ ਖਣਕ ਦੀਨ, ਖਣਕ ਦੁਨੀਆ ਇੱਕ ਮੁੱਲ ਦੀਆਂ ਚੀਜ਼ਾਂ ਹਨ, ਪਰ ਖਣਕ ਦੀਨ ਜਾਂ ਖਣਕ ਦੁਨੀਆ ਦੇ ਸਮਾਨਾਂ ਵਿੱਚ ਇਸ ਠੰਡ ਦਾ ਜ਼ਾਤੀ ਤਜਰਬਾ ਇਨਸਾਨ ਦੀ ਉਮੀਦ ਨੂੰ ਪ੍ਰਾਣ ਬਖਸ਼ਦਾ ਹੈ। ਜੇ ਇਹ ਤਜਰਬਾ ਹੋ ਜਾਵੇ ਉਸ ਆਤਮਿਕ ਠੰਡ ਦਾ, ਤਾਂ ਇਹ ਜ਼ਾਤੀ ਤਜਰਬਾ ਇਨਸਾਨ ਦੀ ਉਮੀਦ ਨੂੰ ਪ੍ਰਾਣ ਬਖਸ਼ਦਾ ਹੈ, ਇੱਕ ਨਵਾਂ ਜੀਵਨ। ਹਾਂ ਕੁਛ ਹੈ, ਇਹ ਆਪ ਨੂੰ ਪ੍ਰਤੀਤ ਹੁੰਦੀ ਹੈ, ਅੰਦਰ ਘਟਦਾ ਹੈ, ਪੌਂਦਾ ਹੈ, ਜਿਵਾਲਦਾ ਹੈ, ਚਿਤ ਕਰਦਾ ਹੈ ਕਿ ਬਾਰਮੁਖੀ ਆਪਾ ਤਾਪੀ ਬਿਕਰਾਲ, ਇਹ ਦੁਬਦਾ ਬਿਕਰਾਲ, ਇਹ ਹੰਕਾਰ ਤੇ ਦਵੈਤ ਬਿਕਰਾਲ, ਇਹ ਕਿਰਪਣਤਾ ਕੰਗਾਲਤਾ ਬਿਕਰਾਲ, ਇਹ ਖੁਦਗਰਜ਼ੀ ਮੋਹ ਨੀਚਤਾ ਬਿਕਰਾਲ, ਹਿੰਸਾ, ਕਿਸੇ ਦਾ ਦਿਲ ਦੁਖਾਉਣਾ, ਕਿਸੇ ਨੂੰ ਦੁੱਖ ਦੇਣਾ ਆਦਿ ਇਹਨਾਂ ਅਨਾਤਮ ਧੰਦਿਆਂ ਵਿੱਚ ਰੱਬ ਵੱਲ ਮੂੰਹ ਕਰ ਟੁਰੀਏ। ਹਾਂਜੀ, ਉਸ ਵੇਲੇ ਚਿੱਤ ਫਿਰ ਉਪਰਾਮ ਹੋ ਜਾਂਦਾ ਹੈ ਬਾਹਰਲੀ ਬਿਕਰਾਲ ਦੀ ਹਾਲਤ ਦੇਖ ਕੇ।
ਪਰ ਕਲਯੁਗ ਚੜੇ ਦਰਿਆ ਵਾਂਗ ਠਾਠਾਂ ਮਾਰ ਰਿਹਾ ਹੈ। ਸਭ ਕੋਈ ਇਠਾਹਾਂ ਨੂੰ ਹੀ ਵਧੀ ਜਾਂਦਾ ਹੈ। ਕੋਈ ਸੂਰਮਾ ਹੀ ਉੱਪਰ ਨੂੰ ਟੁਰੇ ਤਾਂ ਟੁਰੇ, ਦਰਿਆ ਦੇ ਰੋੜ ਦੇ ਬਰਖਲਾਫ ਆਪਣੀਆਂ ਬਾਹਾਂ ਮਾਰੇ। ਸੱਚੀ ਸੁਰਮਤਾਈ ਇਸੇ ਵਿੱਚ ਹੈ। ਧਿਆਨ ਦੇਣਾ ਜੀ, ਜਿਸ ਪਾਸੇ ਕਲਯੁਗ ਰੁੜ ਰਿਹਾ ਹੈ, ਸਾਰੇ ਜੇ ਉਸੇ ਪਾਸੇ ਰੁੜੇਗੇ, ਇੱਕ ਆਦੀ ਸੁਰਮਤਾਈ ਹੋਈ। ਸੁਰਮਤਾਈ ਤਾਂ ਉਹ ਹੈ ਕਿ ਦਰਿਆ ਦੇ ਬਰਖਲਾਫ ਆਪਣੀਆਂ ਬਾਹਾਂ ਮਾਰੇ। ਸੱਚੀ ਸੁਰਮਤਾਈ ਇਸੇ ਵਿੱਚ ਹੈ। ਰਸਾਤਲ ਨੂੰ ਵਗੇ ਤਾਂ ਸਾਰੇ ਹੀ ਜਾਣਦੇ ਹਨ। ਇਹ ਗੱਲ ਸੌਖੀ ਨਹੀਂ। ਸੁਰਤ ਨੂੰ, ਆਪਣੀ ਰੂਹ ਨੂੰ ਰੱਬ ਵਿੱਚ ਜੋੜੀ ਰੱਖਣਾ ਤੇ ਲਗਾਤਾਰ ਉਸ ਵਿੱਚ ਸਾਹ ਲੈਣਾ, ਭਾਵ ਹਰ ਸਵਾਸ ਉਸੇ ਦੀ ਯਾਦ ਵਿੱਚ, ਉਸੇ ਜੀਵਨ ਰੋਹ ਵਿੱਚ ਬਤੀਤ ਕਰਨਾ, ਲਗਾਤਾਰ ਉਸ ਵਿੱਚ ਸਾਹ ਲੈਣਾ, ਕੋਈ ਸੌਖੀ ਗੱਲ ਨਹੀਂ। ਜਦ ਜ਼ਰਾ ਠੰਡ ਨਾਲ ਦਿਲ ਤੇ ਜੁੱਸਾ ਲੱਗਦਾ ਹੈ ਤਾਂ ਦਿਲ ਕਰਦਾ ਹੈ ਕਿ ਕਿਸੇ ਨੂੰ ਨਾ ਮਿਲੀਏ। ਇਸ ਠੰਡ ਨੂੰ ਘੁੱਟ ਕੇ ਦਿਲ ਵਿੱਚ ਰੱਖੀਏ, ਛੁਪਾ ਲਈਏ, ਕਿਸੇ ਨੂੰ ਨਾ ਦਸੀਏ ਤੇ ਜੰਗਲਾਂ ਨੂੰ ਨਸ ਟੁਰੀਏ। ਇਹ ਇਸਤਰੀ, ਪੁੱਤਰ, ਮਿੱਤਰ, ਭਾਈ ਸਭ ਮੇਰੇ ਵੈਰੀ ਹਨ, ਮੈਨੂੰ ਤਪਾ ਦਿੰਦੇ ਹਨ, ਮੇਰੀ ਠੰਡ ਨੂੰ ਹਰ ਲੈਂਦੇ ਹਨ। ਇਉਂ ਕਰਮ ਸੁਰਤ ਨੂੰ ਮੁੜ ਤਪਾਉਣ ਲੱਗਦੇ ਹਨ। ਤੇ ਦੂਜੇ ਪਾਸੇ ਜਦੋਂ ਇਸ ਠੰਡ ਦੀ ਅੰਦਰ ਬੋਲਤਾ ਹੋ ਜਾਂਦੀ ਹੈ, ਦਿਲ ਮਿੱਠਾ ਹੋ ਜਾਂਦਾ ਹੈ। ਤੇ ਦਿਲ ਮਿੱਠਾ ਹੋ ਜਾਣ ਕਰਕੇ ਸਭ ਕੋ ਟੰਬ ਚੰਗਾ ਲੱਗਦਾ ਹੈ ਤੇ ਹੋਰ ਮਿੱਠਾ ਹੁੰਦਾ ਹੈ। ਫਿਰ ਮਿਠਾਸ ਆਪਣੇ ਮਿੱਠੇਪਣ ਵਿੱਚੋਂ ਸੱਟ ਮਾਰਦੀ ਹੈ। ਪੈਂਡਾ ਹੈ ਦੂਰ ਗੋਰੀਏ ਨੀ, ਤੁਰਦੇ ਅਸੀਂ ਮੁਸਾਫਰ, ਲੱਖਾਂ ਮੰਜ਼ਲਾਂ ਤੋਂ ਆਏ, ਅੱਗੇ ਹੈ ਰਾਹ ਸਵਾਇਆ। ਗੁਰਬਾਣੀ ਇਸ ਬਾਰੇ ਐਵੇਂ ਚਾਨਣਾ ਪਾਉਂਦੀ ਹੈ। ਜਿਸ ਗ੍ਰਹਿ ਬੋਧ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ, ਦੋਹੋਂ ਵਿਵਸਥਾ ਤੇ ਜੋ ਮੁਕਤਾ ਸੋਈ ਸੋਏਲਾ ਪਾ ਲਿਏ। ਗ੍ਰਹਿ ਰਾਜ ਮੈਂ ਨਰਕ ਉਦਾਸ ਕਰੋਦਾ, ਬਹੁ बेद पाठ सब सोदा, देही मैं जो रहे अलिप्ता तिस जन की पूरन काली है। जागत सूता परम विगूता, बिन गुर मुकत ना होई है मीता, साध संग टूटे हम बंधन एको एक निहाली है। कर्म करे तां बंदा, न करे तां निंदा, मोह मगन मन व्याप्या चिंदा। गुर प्रसाद दुख सुख समझाणे, घट घट राम हियाली है। संसारे में सहसा व्यापे, अकत कथा अगोचर नहीं जापे। जिसे बुझाए सोई बूझे, ओ बालक वांगी पाली है। छोड़ बह तो छूटे नाई, जो संचय तो भव मन माही। इसी में तिसकी पतराख है, तिस साधु चौर ढाली है। जो सूरा तिस ही होए मरना, जो पागे तिस जो नहीं फिरना। जो वर्ताए सोई पल माने, बुझ हुक्म दुर्मत जाली है। जित जित लावो तित तित लगना, कर कर वेखे अपने जचना। नानक के पूरन सुख दाते, तू देता नाम संभालिए। हाय ਇਹ ਰਸਤਾ ਕਠਿਨ ਹੈ। ਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲਣ ਦੇ, ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰਨ ਦੇ, ਤੇ ਵਿਰਲੇ ਸੰਸਾਰ ਵਿੱਚ ਚਰਨ ਕਮਲ ਹੋਏ ਪਵਰ ਵਸਨ ਦੇ, ਤੇ ਵਿਰਲੇ ਸੰਸਾਰ ਵਿੱਚ ਪ੍ਰੇਮ ਸਨੇਹੀ ਮੀਨ ਤਰਨ ਦੇ, ਤੇ ਵਿਰਲੇ ਸੰਸਾਰ ਵਿੱਚ ਗੁਰਸਿੱਖ ਸੇਵ ਕਰਨ ਦੇ। ਭੈ ਵਿੱਚ ਜੰਮਨ, ਭੈ ਰਹਿਣ, ਭੈ ਵਿੱਚ ਮਰ, ਗੁਰਸਿੱਖ ਜੀਵਨ ਦੇ। ਗੁਰਮੁਖ ਸੁਖ ਫਲ ਪਿਰਮ ਚਖਣ ਦੇ। ਪਰ ਜਿਹੜੇ ਇਸ ਰਸਤੇ ਤੇ ਚੱਲਦੇ ਹਨ, ਜਿਹੜੇ ਇਸ ਰਸਤੇ ਤੇ ਚੱਲਦੇ ਹਨ, ਉਹਨਾਂ ਤੇ ਗੁਰੂ ਦੀ ਦਿਆਲਤਾ ਦਾ ਸਰੂਪ ਭਾਈ ਗੁਰਦਾਸ ਜੀ ਇਸ ਤਰ੍ਹਾਂ ਦੱਸਦੇ ਹਨ। ਅਮਿਓ ਦਿਸ਼ਟ ਕਰ ਕੱਛ ਵਾਂਗ ਭਉਜਲ ਵਿੱਚ ਰੱਖੇ। ਇਹ ਬਖਸ਼ਿਸ਼ਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਜਿਹੜੇ ਇਸ ਰਸਤੇ ਤੇ ਚੱਲਦੇ ਹਨ। ਅਮਿਓ ਦਿਸ਼ਟ ਕਰ ਕੱਛ ਵਾਂਗ ਭਉਜਲ ਵਿੱਚ ਰੱਖੇ। ਗਿਆਨ ਅੰਸ ਦੇ ਹੰਸ ਵਾਂਗ ਬੁਝ ਪੱਖ ਅਪੱਖ ਹੈ। सिमरण कर दे कूंज वांग उडलख है अलख है। माता बालक हेत कर ओ साव न चख है। सतगुर पुरख दयाल है, गुरसिख परख है। पीर मुरीदा पिरहड़ी लख मुलियन कख है। गुरबाणी विचार लेख नंबर 15 धर्म प्रचार भाग 5। वाहिगुरु जी का खालसा, वाहिगुरु जी की फतेह।